ਇਹ ਇਕੱਠ ਸ਼ਿਵ ਸੈਨਾ ਐਨਸੀਪੀ ਅਤੇ ਕਾਂਗਰਸ ਦੇ ਵਿਧਾਇਕਾਂ ਦਾ ਹੈ ਜੋ ਬੀਜੇਪੀ ਖਿਲਾਫ ਅਤੇ ਇਕਜੁੱਟ ਰਹਿਣ ਦੀ ਸਹੁੰ ਚੁੱਕ ਰਹੇ ਨੇ। ਸਹੁੰ ਚੁੱਕਣ ਵਾਲੇ ਵਿਧਾਇਕਾਂ ਦੀ ਗਿਣਤੀ 162 ਦੱਸੀ ਗਈ ਹੈ। ਇਸ ਗਿਣਤੀ ਨਾਲ ਮਹਾਰਾਸ਼ਟਰ 'ਚ ਸ਼ਿਵ ਸੈਨਾ ਐਨਸੀਪੀ ਅਤੇ ਕਾਂਗਰਸ ਗੱਠਜੋੜ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਕਰ ਦਿੱਤਾ ਗਿਆ ਹੈ। महाराष्ट्र ਵਿੱਚ सियासी संकट हाले खत्म नहीं होया। सोमवार ਨੂੰ सुप्रीम कोर्ट 'ਚ शिव सेना एनसीपी ਅਤੇ कांग्रेस ਦੀ पिटीशन ਤੇ ਦੂਜੇ ਦਿਨ ਸੁਣਵਾਈ ਹੋਈ। सुप्रीम कोर्ट मंगलवार सवेरे 10:30 ਵਜੇ फैसला सुना सकता है। ਇਸ ਤੋਂ ਪਹਿਲਾਂ ਕੋਰਟ ਦੇ ਵਿੱਚ ਤਿੱਖੀ ਬਹਿਸ ਹੋਈ। शिव सेना कांग्रेस ਅਤੇ एनसीपी ਵੱਲੋਂ ਤੁਰੰਤ ਫਲੋਰ ਟੈਸਟ ਦੀ ਮੰਗ ਕੀਤੀ ਗਈ, ਜਦੋਂ ਕਿ बीजेपी ਵੱਲੋਂ ਵਕੀਲਾਂ ਨੇ ਹੋਰ ਸਮਾਂ ਦੇਣ ਦੀ ਮੰਗ ਕੀਤੀ। ਸੁਣਵਾਈ ਤੋਂ ਪਹਿਲਾਂ ਰਾਜਪਾਲ ਵੱਲੋਂ ਸੁਪਰੀਮ ਕੋਰਟ 'ਚ ਚਿੱਠੀ ਸੌਂਪੀ ਗਈ। ਪਰ ਇਸ ਸਭ ਵਿੱਚ ਸਾਰੀਆਂ ਹੀ ਪਾਰਟੀਆਂ ਖੁਦ ਕੋਲ ਬਹੁਮਤ ਹੋਣ ਦਾ ਦਾਅਵਾ ਕਰ ਰਹੀਆਂ ਨੇ। ਹੁਣ ਤੁਹਾਨੂੰ ਦੱਸਦੇ ਹਾਂ ਸੁਪਰੀਮ ਕੋਰਟ 'ਚ ਕਿਸ ਨੇ ਕੀ ਕਿਹਾ। ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਰਾਜਪਾਲ ਵੱਲੋਂ ਪੇਸ਼ ਹੋਏ, ਜਿਨ੍ਹਾਂ ਕਿਹਾ ਕਿ 22 ਨਵੰਬਰ ਨੂੰ ਅਜੀਤ ਪਵਾਰ ਨੇ ਇੱਕ ਚਿੱਠੀ ਸੌਂਪੀ ਸੀ। 54 ਵਿਧਾਇਕਾਂ ਦੇ ਸਮਰਥਨ ਵਾਲੀ ਇਹ ਚਿੱਠੀ ਸੌਂਪੀ ਗਈ ਸੀ। देवेंद्र फडणवीस ਨੂੰ ਸਮਰਥਨ ਦੇਣ ਦਾ ਦਾਅਵਾ ਕੀਤਾ ਗਿਆ। देवेंद्र फडणवीस ਦੀ ਲਿਖੀ ਚਿੱਠੀ ਵੀ ਕੋਰਟ 'ਚ ਪੇਸ਼ ਹੋਈ। ਆਪਣੀ ਚਿੱਠੀ ਦੇ ਵਿੱਚ देवेंद्र फडणवीस ਨੇ ਖੁਦ ਨੂੰ ਵਿਧਾਇਕ ਦਲ ਦਾ ਨੇਤਾ ਦੱਸਿਆ। बीजेपी ਵੱਲੋਂ ਮੁਕਲ ਰੋਹਤਗੀ ਪੇਸ਼ ਹੋਈ। ਮੁਕਲ ਰੋਹਤਗੀ ਨੇ ਕਿਹਾ ਕਿ ਸ਼ਰਦ ਪਵਾਰ ਅਤੇ ਅਜੀਤ ਪਵਾਰ ਦੀ ਪਰਿਵਾਰਕ ਲੜਾਈ ਦਾ ਕੋਰਟ ਨਾਲ ਕੀ ਲੈਣਾ ਦੇਣਾ ਹੈ। ਕਰਨਾਟਕ ਦੇ ਮਾਮਲੇ ਤੋਂ ਅਲੱਗ ਹੈ ਇਹ ਮਹਾਰਾਸ਼ਟਰ ਦਾ ਮਾਮਲਾ। ਰਾਜਪਾਲ ਦੀ ਤਾਰੀਖ ਦਾ ਸਨਮਾਨ ਹੋਣਾ ਚਾਹੀਦਾ ਹੈ, ਕੋਰਟ ਇਸ ਮਾਮਲੇ 'ਚ ਦਖਲ ਨਾ ਦੇਵੇ। ਮੁਕਲ ਰੋਹਤਗੀ ਨੇ ਕਿਹਾ ਕਿ ਫਲੋਰ ਟੈਸਟ ਦੀ ਤਾਰੀਖ ਤੇ ਫੈਸਲਾ ਨਹੀਂ ਹੋਣਾ ਚਾਹੀਦਾ। ਐਨਸੀਪੀ ਵਿਧਾਇਕਾਂ ਦੀ ਸੰਖਿਆ ਤੇ ਵਿਵਾਦ ਹੋ ਸਕਦਾ ਹੈ, ਪਰ ਫੈਸਲਾ ਸਦਨ 'ਚ ਹੋਵੇ। ਵਿਧਾਇਕਾਂ ਦੇ ਭੱਜਣ ਦੀ ਚਿੰਤਾ ਨਾਲ ਕੋਰਟ ਦਾ ਲੈਣਾ ਦੇਣਾ ਨਹੀਂ ਹੋ ਸਕਦਾ। ਮੁਕਲ ਰੋਹਤਗੀ ਨੇ ਵਿਸਥਾਰ 'ਚ ਜਵਾਬ ਦੇਣ ਲਈ ਸਮਾਂ ਮੰਗਿਆ। ਮੁਕਲ ਰੋਹਤਗੀ ਨੇ ਕਿਹਾ ਕਿ ਜੋ ਵੀ ਫੈਸਲਾ ਹੋਵੇ ਉਹ ਵਿਧਾਨ ਸਭਾ ਦੀ ਬੈਠਕ 'ਚ ਹੋਣਾ ਚਾਹੀਦਾ ਹੈ। ਜਿਸ ਦੀ ਗਿਣਤੀ ਜ਼ਿਆਦਾ ਹੋਵੇਗੀ ਸਪੀਕਰ ਉਸੇ ਦਾ ਹੋਏਗਾ। शिव सेना ਵੱਲੋਂ ਕਪਿਲ ਸਿੱਬਲ ਪੇਸ਼ ਹੋਏ। ਕਪਿਲ ਸਿੱਬਲ ਨੇ ਕਿਹਾ ਕਿ शिव सेना ਵੱਲੋਂ ਕਪਿਲ ਸਿੱਬਲ ਪੇਸ਼ ਹੋਏ, ਜਿਨ੍ਹਾਂ ਕਿਹਾ ਕਿ ਤਿੰਨਾਂ ਦਲਾਂ ਨੇ ਬਹੁਮਤ ਦਾ ਦਾਅਵਾ ਕੀਤਾ ਸੀ, ਫਿਰ ਫਡਣਵੀਸ ਨੇ ਕਿਉਂ ਕਦਮ ਚੁੱਕਿਆ। ਰਾਜਪਾਲ ਨੇ 24 ਘੰਟਿਆਂ ਦੀ ਉਡੀਕ ਕਿਉਂ ਨਹੀਂ ਕੀਤੀ। ਕਪਿਲ ਸਿੱਬਲ ਨੇ ਪੂਰੀ ਕਾਰਵਾਈ ਸ਼ੱਕ ਦੇ ਘੇਰੇ 'ਚ ਲਿਆਂਦੀ। ਕਪਿਲ ਸਿੱਬਲ ਨੇ ਕਿਹਾ ਕਿ ਫਡਣਵੀਸ ਦੀ ਸਹੁੰ ਚੁੱਕਣ ਦਾ ਖੁਲਾਸਾ ਕੋਰਟ 'ਚ ਹੋਣਾ ਚਾਹੀਦਾ ਹੈ। ਕੈਬਨਿਟ ਨੇ ਕਦੋਂ ਰਾਸ਼ਟਰਪਤੀ ਸ਼ਾਸਨ ਹਟਾਉਣ ਦੀ ਮਨਜ਼ੂਰੀ ਦਿੱਤੀ। शिव सेना ਵੱਲੋਂ ਪੇਸ਼ ਹੋਏ ਕਪਿਲ ਸਿੱਬਲ ਨੇ ਕਿਹਾ ਕਿ 24 ਘੰਟੇ ਅੰਦਰ ਬਹੁਮਤ ਦਾ ਪ੍ਰੀਖਣ ਹੋਣਾ ਚਾਹੀਦਾ ਹੈ। ਅਭਿਸ਼ੇਕ ਮਨੂ ਸਿੰਘਵੀ ਐਨਸੀਪੀ ਵੱਲੋਂ ਪੇਸ਼ ਹੋਏ, ਜਿਨ੍ਹਾਂ ਕਿਹਾ ਕਿ ਅਜੀਤ ਪਵਾਰ ਦੀ ਚਿੱਠੀ ਸ਼ੱਕ ਦੇ ਘੇਰੇ 'ਚ ਆਉਂਦੀ ਹੈ। ਸੁਪਰੀਮ ਕੋਰਟ ਫਲੋਰ ਟੈਸਟ ਦੇ ਤੁਰੰਤ ਹੁਕਮ ਦੇਵੇ। ਉਹਨਾਂ ਕਿਹਾ ਕਿ ਪ੍ਰੋਟੇਮ स्पीकर ਦੀ ਨਿਯੁਕਤੀ ਜਲਦੀ ਹੀ ਕੀਤੀ ਜਾਵੇ। सुप्रीम कोर्ट को हमने 154 विधायकों के शपथ पत्र भी दिखाए, जो ये साफ साबित करता है कि एनसीपी, कांग्रेस और शिवसेना के पास संपूर्ण बहुमत है। जैसे ही बाकी विधायक भाजपा की जेल से छूट जाएंगे तो ये संख्या और बढ़ने वाली है। भाजपा और अजीत पवार के समेत वो सारी ताकतें जिन्होंने प्रजातंत्र को पांव तले रौंदा है, जनमत का अपहरण किया है, चीरहरण किया है, संवैधानिक संस्थाओं की गरिमा को धूमिल किया है, उनको फ्लोर टेस्ट के अंदर करारा जवाब मिलेगा जब देवेंद्र फडणवीस जी और अजीत पवार जी को महाराष्ट्र के चुने हुए विधायक अल्पमत में होने के कारण बाहर का रास्ता दिखाएंगे। इधर एनसीपी लीडर नवाब मलिक ने अजीत पवार और फडणवीस तो अस्तीफा मंगिया है। उन्होंने कहा कि अजीत पवार ने बड़ी गलती की है और हमारे पास 165 विधायकों का समर्थन है। हमारे 54 में से 53 विधायक एकजुट हैं।
अजीत पवार जी ने गलती की है, हम उनसे मांग करते हैं वे अपनी गलती सुधारें, और गलती सुधारने से व्यक्ति बड़ा हो जाता है। कुल मिला के सरकार के पास बहुमत नहीं है, अजीत पवार जी भी इस्तीफा दे दें, और हम मांग करते हैं कि देवेंद्र जी ये समझें कि संख्या बल तुम्हारे साथ नहीं है, ज़्यादा बेइज्जती होने से पहले अगर वे इस्तीफा दे देंगे तो बेहतर होगा, नहीं तो सदन के पटल पर सरकार को गिराया जाएगा। ਤਾਂ ਦੂਜੇ ਪਾਸੇ बीजेपी ਦਾ दावा है कि महाराष्ट्र की सरकार स्थायी है। देखिए भैया, जो कुछ महाराष्ट्र में है उसको हम एक शब्द में कह सकते हैं कि अजीब लोग हैं, क्या क्या पते छिपाते हैं, कहीं पे चोट लगी है कहीं बताते हैं। अब दिक्कत ये है कि जिस म्यूजिकल चेयर के गेम को लेकर के कांग्रेस के नेतृत्व में ये चले थे, वो उस गेम का सपना चकनाचूर होता जा रहा है। और शरद पवार साहब तो बहुत ही पुराने क्रिकेट के भी जानकार हैं, खिलाड़ी भी हैं, उनको भी अच्छी तरह समझना चाहिए कि जब पिच फिसलनदार हो, पिच स्लिपरी हो, तो उस पर रन आउट होने के चांसेस बहुत होते हैं। इसलिए जो है वो मुझे लगता है कि जो कुछ भी महाराष्ट्र में देवेंद्र फडणवीस जी के नेतृत्व में सरकार है, वो महाराष्ट्र में सुशासन के लिए है, महाराष्ट्र के विकास के लिए है, महाराष्ट्र में स्टेबिलिटी स्थापित करने के लिए है, और जो म्यूजिकल गेम था 2020 वाला, उसके खात्मे के लिए है। महाराष्ट्र ਨੂੰ ਲੈ ਕੇ ਸੰਸਦ ਵਿੱਚ ਵੀ ਹੰਗਾਮਾ ਹੋਇਆ। ਰਾਹੁਲ ਗਾਂਧੀ ਨੇ ਇਸ ਨੂੰ ਲੋਕਤੰਤਰ ਦਾ ਕਤਲ ਦੱਸਿਆ। स्पीकर महोदय, मैं आज यहाँ सवाल पूछने आया था। स्पीकर महोदय, मैं आज यहाँ सवाल पूछने आया था, मगर मेरे सवाल पूछने का आज कोई मतलब ही नहीं है, क्योंकि महाराष्ट्र में लोकतंत्र की हत्या हुई है। लोकतंत्र की हत्या हुई है, तो मेरे सवाल पूछने का कोई मतलब नहीं है। आज सोमवार ਨੂੰ ਸੰਸਦ ਦੇ ਦੋਵਾਂ ਸਦਨਾਂ 'ਚ ਜੰਮ ਕੇ ਹੰਗਾਮਾ ਹੋਇਆ। ਇਸ ਦੌਰਾਨ ਕਾਂਗਰਸ ਨੇ ਇਲਜ਼ਾਮ ਲਾਇਆ ਕਿ ਸਰਕਾਰ ਦੇ ਇਸ਼ਾਰੇ ਤੇ ਮਾਰਸ਼ਲਾਂ ਨੇ ਉਹਨਾਂ ਨਾਲ ਗਲਤ ਵਿਵਹਾਰ ਕੀਤਾ ਹੈ। ਇਸ ਦੌਰਾਨ ਕਾਂਗਰਸ ਮੈਂਬਰਾਂ ਨੇ ਸੰਸਦ ਵਿੱਚੋਂ ਬਾਹਰ ਆ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ महाराष्ट्र ਤੇ मोदी सरकार खिलाफ नारेबाजी की थी। आज जो सदन में आज तक नहीं देखा मैंने कि सदन में हमारे दो महिला हमारे नुमाइंदे हैं केरल की, वो भी प्रोटेस्ट में शामिल हुई थी। प्रोटेस्ट में मेल फीमेल सब शामिल होते हैं। अगर सिक्योरिटी पर्सनल को इतना ही ऊपर से कोई निर्देश मिला कि भाई इन सबको निकालना चाहिए, तो महिला हमारे जो एमपीज है, कम से कम उनके लिए दो महिला सिक्योरिटी पर्सनल को तैनात करना जरूरी था। नहीं तो सदन के अंदर जिस ढंग से महिला को साथ धक्का मुक्की किया गए हैं, ये सरासर हमारा जो पार्लियामेंट है, हमारा जो लोकतंत्र की सबसे बड़ा मंदिर है, ये मंदिर की जो छवि, ये छवि को धूमिल कर रहे हैं। इसके लिए इसके खिलाफ हमारे जो महिला मेंबरों हैं, ये सारे स्पीकर साहब के पास हमारा आपत्ति जताई। ਸੰਸਦ ਵਿੱਚ ਹੰਗਾਮਾ ਮੰਗਲਵਾਰ ਵੀ ਜਾਰੀ ਰਹੇਗਾ। ਮੰਗਲਵਾਰ ਨੂੰ ਸੰਸਦ ਭਵਨ 'ਚ ਸੰਵਿਧਾਨ ਦਿਵਸ ਮਨਾਇਆ ਜਾਣਾ ਹੈ। ਇਸ ਸਮਾਗਮ ਤੋਂ ਪਹਿਲਾਂ ਕਾਂਗਰਸ ਦੀ ਅਗਵਾਈ 'ਚ ਪੂਰਾ ਵਿਰੋਧੀ ਖੇਮਾ ਸਾਂਝਾ ਵਿਰੋਧ ਕਰੇਗਾ। ਉਧਰ ਸੁਪਰੀਮ ਕੋਰਟ ਤੋਂ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਕੱਲ ਅਦਾਲਤ ਕੋਈ ਠੋਸ ਫੈਸਲਾ ਸੁਣਾ ਦੇਵੇ, ਕਿਉਂਕਿ ਸ਼ਿਵ ਸੈਨਾ, ਐਨਸੀਪੀ ਅਤੇ ਕਾਂਗਰਸ ਵੱਲੋਂ ਛੇਤੀ ਫਲੋਰ ਟੈਸਟ ਦੀ ਮੰਗ ਕੀਤੀ ਜਾ ਰਹੀ ਹੈ। ਅਜਿਹੇ 'ਚ ਬੀਜੇਪੀ ਇਸ ਨੂੰ ਅੱਗੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਸਭ ਦੀ ਨਜ਼ਰ ਸੁਪਰੀਮ ਕੋਰਟ ਤੇ ਹੈ। ਪੰਜਾਬ ਦੀ ਹਰ ਵੱਡੀ ਖਬਰ ਦੇ ਲਈ ABP ਸਾਂਝਾ ਤੇ ਜਾ ਕੇ ਬੈਲ ਆਈਕਨ ਦਬਾਓ ਤੇ ABP ਸਾਂਝਾ ਨੂੰ ਸਬਸਕ੍ਰਾਈਬ ਕਰੋ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਤੁਹਾਡੇ ਆਪਣੇ ਭਰੋਸੇਯੋਗ ਚੈਨਲ ABP ਸਾਂਝਾ ਤੇ। ਤੁਸੀਂ ਵੇਖ ਰਹੇ ਹੋ ABP ਸਾਂਝਾ, ਜੋਸ਼, ਜਜ਼ਬਾ, ਜਨੂਨ।